ओम शांति। अज प्यारे बाप दादा दे 13/4/2021 ਦੇ महावचन बाबा ने अपने प्यारे प्यारे बच्चों ਨੂੰ कहा, मिठे बच्चे, बाप जो है जिस तरह है ਤੁਹਾਨੂੰ ਬੱਚਿਆਂ ਵਿੱਚ ਵੀ ਤੁਹਾਡੇ ਬੱਚਿਆਂ ਵਿੱਚ ਵੀ ਨੰਬਰਵਾਰ ਪਹਿਚਾਣਦੇ ਹਨ। ਅਗਰ ਸਾਰੇ ਪਛਾਣ ਲੈਣ ਤਾਂ ਬਹੁਤ ਭੀੜ ਮਚ ਜਾਵੇ। प्रश्न है, चारों तरफ प्रत्यक्षता दा आवाज़ कदों फैलेगा? उत्तर है, जदों मनुखा नूं पता लगेगा कि खुद भगवान इस पुरानी दुनिया दा विनाश करा के नवी दुनिया स्थापन करन लई आए हन। फिर बाबा ने दूसरा कहा, ਅਸੀਂ ਸਭ ਦੀ ਸਦਗਤੀ ਕਰਨ ਵਾਲਾ ਸਾਡੀ ਸਭ ਦੀ ਸਦਗਤੀ ਕਰਨ ਵਾਲਾ ਬਾਪ ਸਾਨੂੰ ਭਗਤੀ ਦਾ ਫਲ ਦੇਣ ਲਈ ਆਇਆ ਹੈ। ਇਹ ਨਿਸ਼ਚੈ ਹੋ ਜਾਵੇ ਤਾਂ ਪ੍ਰਤੱਖਤਾ ਹੋ ਜਾਵੇ, ਚਾरों तरफ हलचल मच जावे। गीत है, जो पिया के साथ है उनके लिए ज्ञान की बरसात है। ओम शांति। ਬੱਚਿਆਂ ਨੇ ਗੀਤ ਦੀ 2 ਲਾਈਨਾਂ ਸੁਣੀਆਂ, ਜੋ ਪੀਆ ਦੇ ਨਾਲ ਹੈ। ਹੁਣ ਪੀਆ ਕੌਣ? ਇਹ ਦੁਨੀਆ ਨਹੀਂ ਜਾਣਦੀ। ਬੇਸ਼ੱਕ ਢੇਰ ਬੱਚੇ ਹਨ, ਉਹਨਾਂ ਵਿੱਚ ਵੀ ਬਹੁਤ ਹਨ ਜੋ ਨਹੀਂ ਜਾਣਦੇ ਕਿ ਕਿਸ ਪ੍ਰਕਾਰ ਨਾਲ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਉਹ ਯਾਦ ਕਰਨਾ ਨਹੀਂ ਆਉਂਦਾ, ਬਾਰ-ਬਾਰ ਭੁੱਲ ਜਾਂਦੇ ਹਨ। ਬਾਪ ਸਮਝਾਉਂਦੇ ਹਨ, ਬੱਚੇ ਆਪਣੇ ਨੂੰ ਆਤਮਾ ਸਮਝੋ, ਅਸੀਂ ਬਿੰਦੀ ਹਾਂ। ਬਾਪ ਗਿਆਨ ਦਾ ਸਾਗਰ ਹੈ, ਉਸ ਨੂੰ ਹੀ ਯਾਦ ਕਰਨਾ ਹੈ। ਯਾਦ ਕਰਨ ਦੀ ਇਸ ਤਰ੍ਹਾਂ ਦਾ ਅਭਿਆਸ ਹੋ ਜਾਵੇ ਕਿ ਨਿਰੰਤਰ ਯਾਦ ਠਹਿਰ ਜਾਵੇ। ਅੰਤ ਵਿੱਚ ਇਹ ਯਾਦ ਰਹੇ ਕਿ ਅਸੀਂ ਆਤਮਾ ਹਾਂ, ਸਰੀਰ ਤਾਂ ਹੈ, ਪਰੰਤੂ ਇਹ ਗਿਆਨ ਵਿੱਚ ਰੱਖਣਾ ਹੈ ਕਿ ਅਸੀਂ ਆਤਮਾ ਹਾਂ। ਬਾਬਾ ਦਾ ਡਾਇਰੈਕਸ਼ਨ ਮਿਲਿਆ ਹੋਇਆ ਹੈ, ਮੈਂ ਜੋ ਹਾਂ। ਉਸ ਰੂਪ ਵਿੱਚ ਕੋਈ ਵਿਰਲਾ ਯਾਦ ਕਰਦੇ ਹਨ। ਦੇ ਅਭਿਮਾਨ ਵਿੱਚ ਬਹੁਤ ਬੱਚੇ ਆ ਜਾਂਦੇ ਹਨ। ਬਾਪ ਨੇ ਸਮਝਾਇਆ ਹੈ, ਕੋਈ ਨੂੰ ਵੀ ਜਦੋਂ ਤੱਕ ਬਾਪ ਦੀ ਪਛਾਣ ਨਹੀਂ ਦਿੱਤੀ, ਉਦੋਂ ਤੱਕ ਕੁਝ ਵੀ ਸਮਝ ਨਹੀਂ ਸਕਣਗੇ। ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਉਹ ਨਿਰਾਕਾਰ ਸਾਡਾ ਬਾਪ ਗੀਤਾ ਦਾ ਭਗਵਾਨ ਹੈ। ਉਹੀ ਸਾਰਿਆਂ ਦਾ ਸਦਗਤੀ ਦਾਤਾ ਹੈ। ਉਹ ਇਸ ਸਮੇਂ ਸਦਗਤੀ ਕਰਨ ਦਾ ਪਾਰਟ ਵਜਾ ਰਹੇ ਹਨ। ਇਸ ਪੁਆਇੰਟ ਵਿੱਚ ਨਿਸ਼ਚੈ ਬੁੱਧੀ ਹੋ ਜਾਣ ਤਾਂ ਫਿਰ ਜੋ ਵੀ ਇੰਨੇ ਸਾਧੂ ਸੰਤ ਆਦਿ ਹਨ, ਸਭ 1 ਸੈਕਿੰਡ ਵਿੱਚ ਆ ਜਾਣ। ਭਾਰਤ ਵਿੱਚ ਬੜਾ ਹੰਗਾਮਾ ਮਚ ਜਾਵੇਗਾ। ਬਾਬਾ ਕਹਿੰਦੇ, ਹੁਣ ਪਤਾ ਲੱਗ ਜਾਵੇ ਕਿ ਦੁਨੀਆ ਵਿਨਾਸ਼ ਹੋਣ ਵਾਲੀ ਹੈ। ਇਸ ਗੱਲ ਦਾ ਨਿਸ਼ਚੈ ਹੋ ਜਾਵੇ ਤਾਂ ਬਾਬਾ ਕਹਿੰਦੇ ਬੰਬਈ ਤੋਂ ਲੈ ਕੇ ਆਬੂ ਤੱਕ ਲਾਈਨ ਲੱਗ ਜਾਵੇਗੀ। ਪਰੰਤੂ ਇੰਨਾ ਜਲਦੀ ਕਿਸੇ ਨੂੰ ਨਿਸ਼ਚੈ ਹੁੰਦਾ ਨਹੀਂ ਹੈ। ਬਾਬਾ ਨੇ ਕਿਹਾ, ਤੁਸੀਂ ਜਾਣਦੇ ਹੋ ਵਿਨਾਸ਼ ਹੋਣਾ ਹੈ। ਇਹ ਸਾਰੇ ਘੋਰ ਨੀਂਦ ਦੇ ਵਿੱਚ ਸੁੱਤੇ ਪਏ ਹਨ। ਬਾਬਾ ਨੇ ਕਿਹਾ, ਫਿਰ ਅੰਤ ਸਮੇਂ ਤੁਹਾਡਾ ਪ੍ਰਭਾਵ ਨਿਕਲੇਗਾ। ਮਾਸੀ ਦਾ ਘਰ ਨਹੀਂ, ਜੋ ਇਸ ਗੱਲ ਵਿੱਚ ਨਿਸ਼ਚੈ ਹੋ ਜਾਵੇ ਕਿ ਗੀਤਾ ਦਾ ਭਗਵਾਨ ਪਰਮ ਪਿਤਾ ਪਰਮਾਤਮਾ ਸ਼ਿਵ ਹੈ। ਇਹ ਪ੍ਰਸਿੱਧ ਹੋ ਜਾਵੇ ਕਿ ਸਾਰੇ ਭਾਰਤ ਵਿੱਚ ਆਵਾਜ਼ ਹੋ ਜਾਵੇ। ਹੁਣ ਤਾਂ ਤੁਸੀਂ ਇੱਕ ਨੂੰ ਸਮਝਾਓਗੇ, ਫਿਰ ਦੂਸਰਾ ਕਹੇਗਾ ਤੁਹਾਨੂੰ ਤਾਂ ਜਾਦੂ ਲੱਗ ਗਿਆ ਹੈ। ਇਹ ਝਾੜ ਬਹੁਤ ਹੌਲੀ-ਹੌਲੀ ਵੱਧਦਾ ਹੈ। ਹੁਣ ਥੋੜਾ ਸਮਾਂ ਹੈ, ਫਿਰ ਵੀ ਪੁਰਸ਼ਾਰਥ ਕਰਨ ਵਿੱਚ ਕੋਈ ਹਰਜਾ ਨਹੀਂ ਹੈ। ਤੁਸੀਂ ਵੱਡੇ ਵੱਡੇ ਲੋਕਾਂ ਨੂੰ ਸਮਝਾਉਂਦੇ ਹੋ, ਪਰੰਤੂ ਉਹ ਵੀ ਕੁਝ ਸਮਝਦੇ ਥੋੜ੍ਹੇ ਹਨ। ਬੱਚਿਆਂ ਵਿੱਚ ਵੀ ਕਈ ਇਸ ਨੌਲੇਜ ਨੂੰ ਸਮਝਦੇ ਨਹੀਂ। ਬਾਬਾ ਦੀ ਯਾਦ ਨਹੀਂ ਤਾਂ ਉਹ ਅਵਸਥਾ ਵੀ ਨਹੀਂ ਹੈ। ਬਾਪ ਜਾਣਦੇ ਹਨ ਨਿਸ਼ਚੈ ਕਿਸ ਨੂੰ ਕਿਹਾ ਜਾਂਦਾ ਹੈ। ਹੁਣ ਤਾਂ ਕੋਈ 1-2% ਵੀ ਮੁਸ਼ਕਲ ਬਾਪ ਨੂੰ ਯਾਦ ਕਰਦੇ ਹਨ। ਬੇਸ਼ੱਕ ਇੱਥੇ ਬੈਠੇ ਹੋ, ਬਾਬਾ ਨਾਲ ਪਿਆਰ ਨਹੀਂ ਰਹਿੰਦਾ ਹੈ। ਬਾਬਾ ਕਹਿ ਰਹੇ, ਮੇਰੇ ਸਾਹਮਣੇ ਬੈਠੇ ਬੱਚੇ ਇੱਥੇ ਬੈਠੇ ਹਨ, ਪਰੰਤੂ ਬਾਪ ਨਾਲ ਉਹ ਪਿਆਰ ਨਹੀਂ ਹੈ। ਇੰਨਾ ਪਿਆਰ ਚਾਹੀਦਾ ਹੈ, ਤਕਦੀਰ ਚਾਹੀਦੀ ਹੈ ਨਾ।
ਬਾਬਾ ਨਾਲ ਪਿਆਰ ਹੋ ਜਾਵੇ ਤਾਂ ਸਮਝਣ ਕਿ ਅਸੀਂ ਕਦਮ ਕਦਮ ਤੇ ਸ਼੍ਰੀਮਤ ਤੇ ਚੱਲਣਾ ਹੈ। ਅਸੀਂ ਵਿਸ਼ਵ ਦਾ ਮਾਲਿਕ ਬਣਦੇ ਹਾਂ। ਅੱਧਾ ਕਲਪ ਦਾ ਦੇਹ ਅਭਿਮਾਨ ਬੈਠਿਆ ਹੋਇਆ ਹੈ, ਸੋ ਹੁਣ ਦੇਹੀ ਅਭਿਮਾਨੀ ਬਣਨ ਵਿੱਚ ਬਹੁਤ ਮਿਹਨਤ ਲੱਗਦੀ ਹੈ। ਆਪਣੇ ਨੂੰ ਆਤਮਾ ਸਮਝ ਮੋਸਟ ਬਿਲਵਡ ਮਾਨਾ ਬਹੁਤ ਪਿਆਰਾ ਬਾਪ ਜੋ ਹੈ ਉਸ ਨੂੰ ਯਾਦ ਕਰਨਾ ਮਾਸੀ ਦਾ ਕਰ ਨਹੀਂ ਹੈ। ਉਹਨਾਂ ਦੇ ਚਿਹਰੇ ਵਿੱਚ ਰੌਣਕ ਆ ਜਾਵੇ। ਕੰਨਿਆ ਸ਼ਾਦੀ ਕਰਦੀ ਹੈ, ਜੇਵਰ ਆਦਿ ਪਹਿਨਦੀ ਹੈ ਤਾਂ ਖੁਸ਼ੀ ਵਿੱਚ ਇੱਕਦਮ ਚਮਕ ਆ ਜਾਂਦੀ ਹੈ। ਪਰੰਤੂ ਇੱਥੇ ਤਾਂ ਸਾਜਨ ਨੂੰ ਯਾਦ ਵੀ ਨਹੀਂ ਕਰਦੇ ਤਾਂ ਉਹ ਸ਼ਕਲ ਮੁਰਝਾਈ ਹੋਈ ਰਹਿੰਦੀ ਹੈ। ਮਾਨਾ ਬਾਬਾ ਨੂੰ ਯਾਦ ਨਹੀਂ ਕਰਦੇ ਤਾਂ ਚਿਹਰੇ 'ਤੇ ਮੁਰਝਾਇਸ਼ ਆ ਜਾਂਦੀ ਹੈ, ਉਦਾਸੀ ਆ ਜਾਂਦੀ ਹੈ। ਬਾਬਾ ਕਹਿੰਦੇ ਗੱਲ ਹੀ ਛੱਡ ਦਿਓ, ਕੰਨਿਆ ਸ਼ਾਦੀ ਕਰਦੀ ਹੈ ਤਾਂ ਦੇਖੋ ਖੁਸ਼ਨੁਮਾ ਚਿਹਰਾ ਹੋ ਜਾਂਦਾ ਹੈ। ਕੋਈ ਦੀ ਤਾਂ ਸ਼ਾਦੀ ਦੇ ਬਾਅਦ ਬਾਬਾ ਨੇ ਕਿਹਾ ਸ਼ਕਲ ਮੁਰਦੇ ਵਰਗੀ ਹੋ ਜਾਂਦੀ ਹੈ। ਕਿਸਮ ਕਿਸਮ ਦੇ ਹੁੰਦੇ ਹਨ ਨਾ, ਕਈ ਤਾਂ ਫਿਰ ਦੂਜੇ ਘਰ ਵਿੱਚ ਜਾ ਕੇ ਉਲਝੀ ਜਾਂਦੇ ਹਨ। ਤਾਂ ਇੱਥੇ ਵੀ ਇਸ ਤਰ੍ਹਾਂ ਹੈ, ਬਾਪ ਨੂੰ ਯਾਦ ਕਰਨ ਵਿੱਚ ਮਿਹਨਤ ਹੈ। ਇਹ ਗਾਇਨ ਅੰਤ ਦਾ ਹੈ ਕਿ ਅਤੀ ਇੰਦਰੀਆ ਸੁਖ ਗੋਪੀ ਬੱਲਵ ਦੇ ਗੋਪ ਗੋਪੀਆਂ ਤੋਂ ਪੁੱਛੋ। ਆਪਣੇ ਨੂੰ ਗੋਪੀ ਕਹਿਣਾ ਸਮਝਣਾ ਅਤੇ ਨਿਰੰਤਰ ਬਾਪ ਨੂੰ ਯਾਦ ਕਰਨਾ ਉਹ ਅਵਸਥਾ ਹੋਣੀ ਚਾਹੀਦੀ ਹੈ। ਬਾਪ ਦਾ ਪਛਾਣ, ਬਾਬਾ ਦੀ ਪਹਿਚਾਣ ਸਭ ਨੂੰ ਦੇਣੀ ਹੈ। ਬਾਪ ਕਹਿੰਦੇ ਹਨ ਮਨ ਮਨਾ ਭਵ, ਪਵਿੱਤਰ ਰਹੋ, ਕੋਈ ਵੀ ਪਾਪ ਨਹੀਂ ਕਰੋ, ਕਿਉਂਕਿ ਹੁਣ ਤੁਸੀਂ ਸਵਰਗ ਦੇ ਮਾਲਿਕ ਪੁੰਨ ਆਤਮਾ ਬਣਦੇ ਹੋ। ਅੱਧਾ ਕਲਪ ਮਾਇਆ ਰਾਵਣ ਪਾਪ ਕਰਾਉਂਦੀ ਆਈ। ਹੁਣ ਆਪਣੇ ਤੋਂ ਪੁੱਛਣਾ ਹੈ ਕਿ ਅਸੀਂ ਕੋਈ ਪਾਪ ਤਾਂ ਨਹੀਂ ਕੀਤਾ, ਪੁੰਨ ਦਾ ਕੰਮ ਕਰਦੇ ਰਹਿੰਦੇ ਹਾਂ, ਅੰਨਿਆਂ ਦੀ ਲਾਠੀ ਬਣੇ ਹਾਂ। ਬਾਬਾ ਕਹਿੰਦੇ ਮਨ ਮਨਾ ਭਵ। ਇਹ ਵੀ ਪੁੱਛਣਾ ਹੁੰਦਾ ਹੈ ਕਿ ਮਨ ਮਨਾ ਭਵ ਕਿਸਨੇ ਕਿਹਾ? ਉਹ ਕਹਿਣਗੇ ਸ੍ਰੀ ਕ੍ਰਿਸ਼ਨ ਨੇ। ਤੁਸੀਂ ਮੰਨਦੇ ਹੋ ਪਰਮ ਪਿਤਾ ਪਰਮਾਤਮਾ ਸ਼ਿਵ ਨੇ ਕਿਹਾ। ਰਾਤ ਦਿਨ ਦਾ ਫਰਕ ਹੈ ਨਾ। ਸ਼ਿਵ ਜਯੰਤੀ ਦੇ ਨਾਲ ਗੀਤਾ ਜਯੰਤੀ, ਗੀਤਾ ਜਯੰਤੀ ਦੇ ਨਾਲ ਕ੍ਰਿਸ਼ਨ ਜਯੰਤੀ। ਤੁਸੀਂ ਜਾਣਦੇ ਹੋ ਕਿ ਅਸੀਂ ਭਵਿੱਖ ਵਿੱਚ ਪ੍ਰਿੰਸ ਬਣਾਂਗੇ, ਬੇਗਰ ਟੂ ਪ੍ਰਿੰਸ ਬਣਨਾ ਹੈ। ਇਹ ਏਮ ਆਬਜੈਕਟ ਹੈ ਰਾਜ ਯੋਗ ਦੀ। ਤੁਸੀਂ ਸਿੱਧ ਕਰਕੇ ਦੱਸੋ ਕਿ ਗੀਤਾ ਦਾ ਭਗਵਾਨ ਸ੍ਰੀ ਕ੍ਰਿਸ਼ਨ ਨਹੀਂ, ਉਹ ਤਾਂ ਨਿਰਾਕਾਰ ਹੈ। ਸ਼ਿਵ ਬਾਬਾ ਨਿਰਾਕਾਰ ਹੈ, ਗੀਤਾ ਦਾ ਭਗਵਾਨ। ਤਾਂ ਸਰਵਿਆਪੀ ਦਾ ਗਿਆਨ ਉੱਡ ਜਾਵੇ। ਸਾਰਿਆਂ ਦਾ ਸਦਗਤੀ ਦਾਤਾ ਪਤਿਤ ਪਾਵਨ ਬਾਪ ਹੈ। ਕਹਿੰਦੇ ਵੀ ਹਨ ਕਿ ਉਹ ਲਿਬਰੇਟਰ ਹੈ, ਫਿਰ ਸਰਵਿਆਪੀ ਕਹਿ ਦਿੰਦੇ। ਜੋ ਕੁਝ ਬੋਲਦੇ ਹਨ ਸਮਝਦੇ ਕੁਝ ਵੀ ਨਹੀਂ। ਧਰਮ ਦੇ ਬਾਰੇ ਜੋ ਆਉਂਦਾ ਹੈ ਬੋਲ ਦਿੰਦੇ। ਮੁੱਖ ਹਨ 3 ਧਰਮ। ਦੇਵਤਾ ਧਰਮ ਤਾਂ ਅੱਧਾ ਕਲਪ ਚੱਲਦਾ ਹੈ, ਤੁਸੀਂ ਜਾਣਦੇ ਹੋ। ਬਾਪ ਬ੍ਰਾਹਮਣ, ਦੇਵਤਾ ਅਤੇ ਕਸ਼ਤਰੀय ਧਰਮ ਸਥਾਪਨ ਕਰਦੇ ਹਨ। ਇਹ ਦੁਨੀਆ ਨਹੀਂ ਜਾਣਦੀ। ਬਾਬਾ ਨੇ ਕਿਹਾ ਇਹ ਦੁਨੀਆ ਤਾਂ ਹੈ ਹੀ ਕੰਡਿਆਂ ਦਾ ਜੰਗਲ, ਭਾਰਤ ਤਾਂ ਫੁੱਲਾਂ ਦਾ ਬਗੀਚਾ ਸੀ। ਇਹ ਵੀ ਮੰਨਦੇ ਹੋ, ਪਰੰਤੂ ਇਹ ਕਦੋਂ, ਕਿਵੇਂ, ਕਿਸ ਨੇ ਬਣਾਇਆ, ਪਰਮਾਤਮਾ ਕੀ ਚੀਜ਼ ਹੈ ਕੋਈ ਵੀ ਨਹੀਂ ਜਾਣਦੇ। ਤਾਂ ਆਰਫਨ ਹੋ ਗਏ ਨਾ। ਇਸ ਲਈ ਇਹ ਲੜਾਈ ਝਗੜੇ ਆਦਿ ਹਨ। ਸਿਰਫ ਭਗਤੀ ਵਿੱਚ ਖੁਸ਼ ਹੁੰਦੇ ਰਹਿੰਦੇ ਹਨ। ਹੁਣ ਬਾਪ ਆਏ ਹਨ ਸੋਜਰਾ ਕਰਨ ਦੇ ਲਈ। ਬਾਪ ਨੇ ਤੀਸਰਾ ਨੇਤਰ ਦਿੱਤਾ। ਬੇਸ਼ੱਕ ਦੇਵਤਿਆਂ ਨੂੰ ਤੀਸਰਾ ਨੇਤਰ ਦਿਖਾਉਂਦੇ ਹਨ, ਪਰੰਤੂ ਅਰਥ ਨਹੀਂ ਜਾਣਦੇ। ਅਸਲ ਵਿੱਚ ਤੀਸਰਾ ਨੇਤਰ ਤੁਹਾਨੂੰ ਹੈ। ਉਹਨਾਂ ਨੇ ਫਿਰ ਦਿੱਤਾ ਦੇਵਤਿਆਂ ਨੂੰ। ਗੀਤਾ ਵਿੱਚ ਬ੍ਰਾਹਮਣਾਂ ਦੀ ਕੋਈ ਗੱਲ ਹੀ ਨਹੀਂ। ਉਹਨਾਂ ਵਿੱਚ ਤਾਂ ਫਿਰ ਕੌਰਵ ਪਾਂਡਵਾਂ ਦੀ ਲੜਾਈ, ਘੋੜੇ, ਗੱਡੀਆਂ ਆਦਿ ਲਿਖ ਦਿੱਤੀਆਂ। ਇਹ ਕੁਝ ਵੀ ਸਮਝਦੇ ਨਹੀਂ। ਤੁਸੀਂ ਸਮਝਾਓਗੇ ਤਾਂ ਕਹਿਣਗੇ ਤੁਸੀਂ ਸ਼ਾਸਤਰਾਂ ਆਦਿ ਨੂੰ ਨਹੀਂ ਮੰਨਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਸ਼ਾਸਤਰਾਂ ਨੂੰ ਮੰਨਦੇ ਕਿਉਂ ਨਹੀਂ ਹਾਂ। ਜਾਣਦੇ ਹਾਂ ਕਿ ਇਹ ਸਾਰਾ ਭਗਤੀ ਮਾਰਗ ਦੀ ਸਮੱਗਰੀ ਹੈ। ਗਾਇਆ ਹੋਇਆ ਹੈ ਗਿਆਨ ਅਤੇ ਭਗਤੀ। ਜਦੋਂ ਰਾਵਣ ਰਾਜ ਹੁੰਦਾ ਹੈ ਤਾਂ ਭਗਤੀ ਸ਼ੁਰੂ ਹੁੰਦੀ ਹੈ। ਭਾਰਤ ਵਾਸੀ ਵਿਕਾਰੀ ਮਾਰਗ ਵਿੱਚ ਜਾ ਕੇ ਧਰਮ ਪ੍ਰਸਟ, ਕਰਮ ਪ੍ਰਸਟ ਬਣ ਜਾਂਦੇ ਹਨ। ਇਸ ਲਈ ਹੁਣ ਹਿੰਦੂ ਕਹਾ ਦਿੱਤਾ। ਬਾਬਾ ਨੇ ਕਿਹਾ ਪਤਿਤ ਬਣ ਗਏ ਨਾ। ਪਤਿਤ ਕਿਸ ਨੇ ਬਣਾਇਆ? ਰਾਵਣ ਨੇ। ਬਾਪ ਸਮਝਾਉਂਦੇ ਹਨ
ਫਿਰ ਵੀ ਬੜਾ ਮੁਸ਼ਕਲ ਕਿਸੇ ਦੀ ਬੁੱਧੀ ਵਿੱਚ ਬੈਠਦਾ ਹੈ। ਤੁਸੀਂ ਕੁਮਾਰੀਆਂ ਦੀ ਸਗਾਈ ਹੁਣ ਪਰਮਾਤਮਾ ਨਾਲ ਹੋਈ ਹੈ, ਤੁਹਾਨੂੰ ਪਟਰਾਣੀ ਬਣਾਉਂਦੇ ਹਨ। ਤੁਸੀਂ ਬਾਬਾ ਕਹਿੰਦੇ ਤੁਹਾਨੂੰ ਭਜਾਇਆ, ਅਰਥਾਤ ਆਤਮਾਵਾਂ ਨੂੰ ਕਹਿੰਦੇ ਹਨ ਕਿ ਤੁਸੀਂ ਮੇਰੇ ਸੀ, ਫਿਰ ਤੁਸੀਂ ਭੁੱਲ ਗਏ ਹੋ। ਦੇਹ ਅਭਿਮਾਨੀ ਬਣ ਮਾਇਆ ਦੇ ਬਣ ਗਏ ਹੋ। ਬਾਕੀ ਭਜਾਉਣ ਆਦਿ ਦੀ ਤਾਂ ਕੋਈ ਗੱਲ ਹੀ ਨਹੀਂ। ਬਾਬਾ ਕਹਿੰਦੇ ਮਾਮੇ ਕਮ ਯਾਦ ਕਰੋ, ਯਾਦ ਦੀ ਮਿਹਨਤ ਹੈ, ਪਰੰਤੂ ਦੇਹ ਅਭਿਮਾਨ ਵਿੱਚ ਆ ਕੇ ਬਹੁਤ ਵਿਕਰਮ ਕਰਦੇ ਹਨ। ਬਾਪ ਜਾਣਦੇ ਹਨ ਕਿ ਇਹ ਆਤਮਾ ਮੈਨੂੰ ਯਾਦ ਨਹੀਂ ਕਰਦੀ ਹੈ। ਦੇਹ ਅਭਿਮਾਨ ਵਿੱਚ ਆ ਕੇ ਬਹੁਤ ਪਾਪ ਕਰਮ ਕਰਦੇ ਤਾਂ ਪਾਪ ਦਾ ਘੜਾ 100 ਗੁਣਾ ਭਰ ਜਾਂਦਾ ਹੈ। ਹੋਰਾਂ ਨੂੰ ਰਸਤਾ ਦੱਸਣ ਦੇ ਬਦਲੇ ਖੁਦ ਹੀ ਭੁੱਲ ਜਾਂਦੇ ਹਨ, ਹੋਰ ਹੀ ਜ਼ਿਆਦਾ ਦੁਰਗਤੀ ਨੂੰ ਪਾ ਲੈਂਦੇ ਹਨ। ਬਹੁਤ ਵੱਡੀ ਮੰਜ਼ਿਲ ਹੈ ਨਾ, ਚੜੇ ਤਾਂ ਚਾਖੇ ਵੈਕੁੰਠ ਰਸ, ਗਿਰੇ ਤਾਂ ਚਕਨਾਚੂਰ। ਇਹ ਰਾਜੇ ਹੀ ਸਥਾਪਨ ਹੋ ਰਹੀ ਹੈ, ਇਸ ਵਿੱਚ ਫਰਕ ਦੇਖੋ ਕਿੰਨਾ ਪੈ ਗਿਆ। ਕਈ ਤਾਂ ਪੜ੍ਹ ਕੇ ਆਸਮਾਨ 'ਤੇ ਚੜ੍ਹ ਜਾਂਦੇ ਔਰ ਕੋਈ ਪੱਟ 'ਤੇ ਹੀ ਪਏ ਹੋਏ ਹਨ। ਬੁੱਧੀ ਡੱਲ ਹੁੰਦੀ ਹੈ ਤਾਂ ਪੜ੍ਹ ਨਹੀਂ ਸਕਦੇ। ਕੋਈ ਕਹਿੰਦੇ ਬਾਬਾ ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ। ਕਹਿੰਦਾ ਅੱਛਾ, ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਮੈਂ ਤੁਹਾਨੂੰ ਸੁੱਖ ਦਿੰਦਾ ਹਾਂ, ਪਰੰਤੂ ਯਾਦ ਨਹੀਂ ਕਰਦੇ। ਯਾਦ ਕਰਨ ਤਾਂ ਹੋਰਾਂ ਨੂੰ ਵੀ ਰਸਤਾ ਦੱਸਣ, ਯਾਦ ਕਰਾਉਣ। ਬਾਪ ਨੂੰ ਯਾਦ ਕਰੋਗੇ ਤਾਂ ਪਾਪ ਕੱਟ ਜਾਣਗੇ। ਯੋਗ ਹੀ ਬਾਬਾ ਕਹਿੰਦੇ ਮੁੱਖ ਹੈ। ਅੱਛਾ, ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਤਕਦੀਰਵਾਨ ਬਣਨ ਦੇ ਲਈ ਇੱਕ ਬਾਪ ਨਾਲ ਸੱਚਾ ਪਿਆਰ ਰੱਖਣਾ ਹੈ। ਪਿਆਰ ਰੱਖਣਾ ਮਨਾ ਕਦਮ ਇੱਕ ਦੀ ਹੀ ਸ਼੍ਰੀਮਤ 'ਤੇ ਚੱਲਦੇ ਰਹਿਣਾ। ਦੂਸਰਾ, ਰੋਜ਼ ਪੁੰਨ ਦਾ ਕੰਮ ਅਵਸ਼ਯ ਕਰਨਾ ਹੈ, ਜ਼ਰੂਰ ਕਰਨਾ ਹੈ। ਸਭ ਤੋਂ ਵੱਡਾ ਪੁੰਨ ਹੈ ਸਭ ਨੂੰ ਬਾਪ ਦੀ ਪਹਿਚਾਣ ਦੇਣਾ, ਬਾਪ ਨੂੰ ਯਾਦ ਕਰਨਾ ਅਤੇ ਸਭ ਨੂੰ ਬਾਬਾ ਦੀ ਯਾਦ ਦਿਲਾਉਣਾ। ਵਰਦਾਨ, ਸਥੂਲ ਕੰਮ ਕਰਦੇ ਵੀ ਮਨਸਾ ਦੁਆਰਾ ਵਿਸ਼ਵ ਪਰਿਵਰਤਨ ਦੀ ਸੇਵਾ ਕਰਨ ਵਾਲੀ ਜ਼ਿੰਮੇਵਾਰ ਆਤਮਾ ਭਵ। ਕੋਈ ਵੀ ਸਥੂਲ ਕੰਮ ਕਰਦੇ ਸਦਾ ਇਹ ਸਮ੍ਰਿਤੀ ਰਹੇ ਕਿ ਮੈਂ ਵਿਸ਼ਵ ਦੀ ਸਟੇਜ 'ਤੇ ਵਿਸ਼ਵ ਕਲਿਆਣ ਦੀ ਸੇਵਾਰਥ ਨਿਮਿਤ ਹਾਂ। ਮੈਨੂੰ ਆਪਣੀ ਸ੍ਰੇਸ਼ਟ ਮਨਸਾ ਦੁਆਰਾ ਵਿਸ਼ਵ ਪਰਿਵਰਤਨ ਦੇ ਕੰਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਹੈ। ਇਸ ਸਿਮਰਤੀ ਨਾਲ ਅਲਬੇਲਾਪਨ ਸਮਾਪਤ ਹੋ ਜਾਵੇਗਾ ਅਤੇ ਸਮਾਂ ਵੀ ਵਿਅਰਥ ਜਾਣ ਤੋਂ ਬਚ ਜਾਵੇਗਾ। ਇੱਕ ਸੈਕਿੰਡ ਅਮੁੱਲੇ ਸਮਝਦੇ ਹੋਏ ਵਿਸ਼ਵ ਕਲਿਆਣ ਦੇ ਅਤੇ ਜੜ ਚੇਤਨ ਨੂੰ ਪਰਿਵਰਤਨ ਕਰਨ ਦੇ ਕੰਮ ਵਿੱਚ ਸਫਲ ਕਰਦੇ ਰਹਿਣਗੇ। ਸਲੋਗਨ ਹੈ, ਹੁਣ ਯੋਧਾ ਬਣਨ ਦੀ ਬਜਾਏ ਨਿਰੰਤਰ ਯੋਗੀ ਬਣੋ। ਅੱਛਾ, ਓਮ ਸ਼ਾਂਤੀ।